ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਅਸੀਂ ਪੰਜਾਬੀ ਦੇ ਵਿੱਚ ਲੈ ਕੇ ਆਏ ਹਾਂ ਵਿਸ਼ਾ ਗੱਪਬਾਜ਼। ਇਹ ਪਿਆਰਾ ਸਿੰਘ ਦਾਤਾ ਜੀ ਦੀ ਲਿਖੀ ਹੋਈ ਰਚਨਾ ਹੈ ਗੱਪਬਾਜ਼। ਤੁਸੀਂ ਬਟੇਰਬਾਜ਼ ਸੁਣਿਆ ਹੋਵੇਗਾ, ਮੁਰਗਬਾਜ਼ ਸੁਣਿਆ ਹੋਵੇਗਾ, ਕਬੂਤਰਬਾਜ਼ ਸੁਣਿਆ ਹੋਵੇਗਾ। ਸੋ ਇਸ ਤਰ੍ਹਾਂ ਦਾ ਹੀ ਇੱਕ ਵਿਅਕਤੀ, ਇੱਕ ਕਰੈਕਟਰ ਸਮਾਜ ਦੇ ਵਿੱਚ ਹੋਰ ਥਾਂ ਰੱਖਦਾ ਹੈ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਗੱਪਬਾਜ਼। ਗੱਪ ਦਾ ਅਰਥ ਹੈ ਝੂਠ ਬੋਲਣਾ, ਫੜਾ ਮਾਰਨੀਆਂ। ਤੇ ਗੱਪਬਾਜ਼ ਕੌਣ ਹੋਇਆ? ਜੋ ਝੂਠ ਬੋਲਦਾ ਹੈ, ਫੜਾ ਮਾਰਦਾ ਹੈ। ਠੀਕ ਹੈ, ਆਪਣੀ ਹੀ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਸੁਣਾਉਂਦਾ ਹੈ। ਠੀਕ ਹੈ, ਕਿ ਸੁਣਨ ਵਾਲੇ ਨੂੰ ਕਈ ਵਾਰ ਤਾਂ ਇਹ ਲੱਗਦਾ ਹੈ ਕਿ ਬਹੁਤ ਜ਼ਿਆਦਾ ਸੱਚਾਈ ਹੈ, ਸਹੀ ਬੋਲੀ ਜਾਂਦਾ, ਸੱਚ ਬੋਲੀ ਜਾਂਦਾ। ਸੋ ਇਸ ਤਰ੍ਹਾਂ ਦਾ ਵਿਅਕਤੀ ਸਾਡੇ ਆਲੇ ਦੁਆਲੇ ਹੀ ਮੰਡਰਾਉਂਦਾ ਰਹਿੰਦਾ ਹੈ। ਠੀਕ ਹੈ, ਗਲੀ ਗਲੀ, ਮੁਹੱਲੇ ਮੁਹੱਲੇ, ਪਿੰਡ ਪਿੰਡ, ਸਭਾ ਸੁਸਾਇਟੀਆਂ ਦੇ ਵਿੱਚ ਇਹ ਵਿਅਕਤੀ ਮੌਜੂਦ ਹੁੰਦਾ ਹੈ। ਜੇ ਅਸੀਂ ਗੱਲ ਕਰੀਏ ਕਿ ਅੱਜ 20ਵੀਂ 21ਵੀਂ ਸਦੀ ਦੇ ਵਿੱਚ ਕੋਈ ਅਜਿਹਾ ਵਿਅਕਤੀ, ਠੀਕ ਹੈ, ਨਹੀਂ ਹੋਵੇਗਾ ਜੋ ਗੱਪਬਾਜ਼ ਦੇ ਦਾਇਰੇ ਵਿੱਚ ਨਾ ਆਇਆ ਹੋਵੇ, ਜਿਸ ਨੂੰ ਗੱਪਬਾਜ਼ ਦੇ ਦਰਸ਼ਨ ਨਾ ਹੋਏ ਹੋਣ। ਗੱਪਬਾਜ਼ ਕਹਿ ਲਓ ਕਿ ਹੋ ਸਕਦਾ ਕਿ ਸਾਡਾ ਕੋਈ ਮਿੱਤਰ ਹੀ ਹੋਵੇ, ਤੇ ਹੋ ਸਕਦਾ ਸਾਡਾ ਕੋਈ ਰਿਸ਼ਤੇਦਾਰ ਹੋਵੇ। ਠੀਕ ਹੈ, ਜਾਂ ਕੋਈ ਅੰਨ੍ਹੇ ਪਰਸਨ ਹੋ ਸਕਦਾ ਹੈ। ਠੀਕ ਹੈ ਜੀ। ਸੋ ਅੱਜ ਅਸੀਂ ਪੜ੍ਹ ਰਹੇ ਹਾਂ ਗੱਪਬਾਜ਼ ਬਾਰੇ। ਸੋ ਗੱਪਬਾਜ਼ ਦੀ ਗੱਲ ਕਰੀਏ ਤਾਂ ਇਹ ਲਗਭਗ ਬੇਕਾਰ ਕਿਸਮ ਦਾ ਵਿਅਕਤੀ ਹੁੰਦਾ ਹੈ। ਇਸ ਵਿਹਲੜ ਜਿਹਨੂੰ ਕਹਿ ਦਿੰਦੇ ਆ, ਕੋਈ ਕੰਮ ਨਹੀਂ ਹੁੰਦਾ, ਸਿਰਫ ਗੱਲਾਂ ਹੀ ਮਾਰੀ ਜਾਣੀਆਂ, ਫੜਾ ਹੀ ਮਾਰੀ ਜਾਣਾ। ਠੀਕ ਹੈ, ਸੋ ਇਹ ਗੱਲਾਂ ਤਾਂ ਕਰੇਗਾ ਕਾਰੋਬਾਰੀ ਸੇਠਾਂ ਵਰਗੀਆਂ, ਪੱਲੇ ਕੁਛ ਨਹੀਂ ਹੁੰਦਾ, ਵੱਡੀਆਂ ਵੱਡੀਆਂ ਗੱਲਾਂ ਕਰੇਗਾ ਕਾਰੋਬਾਰ ਸੇਠਾਂ ਵਰਗੀਆਂ। ਪਰ ਉਸਨੇ ਕਦੇ ਬਿੱਲੀ ਵੀ ਨਹੀਂ ਮਾਰੀ ਹੁੰਦੀ। ਪਰ ਉਹ ਆਪਣੇ ਆਪ ਨੂੰ ਸ਼ੇਰਾਂ ਦਾ ਸ਼ਿਕਾਰੀ ਆਖਦਾ ਹੈ। ਕਦੇ ਬਿੱਲੀ ਨਹੀਂ ਮਾਰੀ ਉਸਨੇ, ਪਰ ਆਖੇਗਾ ਕਿ ਮੈਂ ਸ਼ੇਰਾਂ ਦਾ ਸ਼ਿਕਾਰ ਕੀਤਾ ਹੈ। ਠੀਕ ਹੈ ਜੀ। ਜ਼ਮੀਨ ਆਸਮਾਨ ਦੇ ਕਲਾਵੇ ਮਿਲਾਨ ਵਿੱਚ ਉਸ ਸ਼ੇਖਚਲੀ ਦਾ ਵੀ ਬਾਪ ਹੈ ਕਿ ਮੈਂ ਜ਼ਮੀਨ ਤੇ ਆਸਮਾਨ ਨੂੰ ਇੱਕ ਕਰ ਦਿੱਤਾ। ਠੀਕ ਹੈ, ਤੁਸੀਂ ਸ਼ੇਖਚਲੀ ਦਾ ਨਾਮ ਸੁਣਿਆ? ਸ਼ੇਖਚਲੀ ਫੜਾ ਮਾਰਦਾ ਹੁੰਦਾ। ਠੀਕ ਹੈ, ਸੋ ਆਸਮਾਨ ਤੇ ਜ਼ਮੀਨ ਨੂੰ ਇੱਕ ਕਰਨ ਦਾ ਉਹ ਸ਼ੇਖਚਲੀ ਦਾ ਵੀ ਬਾਪ ਕਹਾਉਂਦਾ ਹੈ। ਗੱਲ ਗੱਲ ਵਿੱਚ ਉਹ ਵੱਡੀਆਂ ਵੱਡੀਆਂ ਹਸਤੀਆਂ ਦੇ ਹਵਾਲੇ ਦਿੰਦਾ ਹੈ। ਆਪਣੇ ਪਿੰਡੋਂ, ਸ਼ਹਿਰੋਂ ਜਾਂ ਦੇਸ਼ ਤੋਂ ਕਦੀ ਉਹ ਬਾਹਰ ਨਹੀਂ ਨਿਕਲਿਆ ਹੁੰਦਾ ਤੇ ਗੱਲ ਕਰੇਗਾ ਜਰਮਨੀ, ਰੂਸ ਦੀਆਂ। ਮਿਲਿਆ ਕਦੀ ਉਹ ਆਪਣੇ ਛੋਟੇ ਮੋਟੇ ਕਿਸੇ ਲੀਡਰ ਨੂੰ ਨਹੀਂ ਹੁੰਦਾ ਤੇ ਉਹ ਇਸ ਤਰ੍ਹਾਂ ਦੇ ਜ਼ਿਕਰ ਕਰੇਗਾ ਕਿ ਜਿਵੇਂ ਪ੍ਰਧਾਨ ਮੰਤਰੀ ਨੂੰ ਮਿਲਿਆ, ਰਾਸ਼ਟਰਪਤੀ ਨੂੰ ਮਿਲਿਆ। ਠੀਕ ਹੈ, ਜਾਂ ਰਾਸ਼ਟਰਪਤੀ ਨੇ ਉਸ ਨੂੰ ਚਾਹ ਦਾ ਨਿਯੋਤਾ ਦਿੱਤਾ ਅਤੇ ਉਪਨਿਸ਼ਦਾਂ ਬਾਰੇ ਉਸ ਤੋਂ ਜਾਣਕਾਰੀ ਲਿੱਤੀ, ਉਪਨਿਸ਼ਦਾਂ ਦਾ ਉਸਨੇ ਗਿਆਨ ਲਿੱਤਾ। ਪਿੰਡਾਂ ਵਿੱਚ ਆਮ ਕਰਕੇ ਜਦੋਂ ਲੋਕ ਵਿਹਲੇ ਹੋ ਜਾਂਦੇ ਹਨ, ਖਾਸ ਕਰਕੇ ਬਜ਼ੁਰਗ ਲੋਕ ਜਦੋਂ ਵਿਹਲੇ ਹੋ ਜਾਂਦੇ ਹਨ, ਤਾਂ ਉਹ ਇੱਕ ਪਿੰਡ ਦੀ ਸੱਥ, ਠੀਕ ਹੈ, ਇੱਕ ਬੋੜ ਥੱਲੇ, ਜਿੱਥੇ ਪਿੱਪਲ ਦਾ ਬ੍ਰਿਕਸ਼ ਕਹਿ ਸਕਦੇ ਹੋ, ਬੋੜ ਥੱਲੇ ਆ ਕੇ ਬੈਠਦੇ ਹਨ, ਸ਼ਤਰੰਜ ਖੇਲਦੇ ਹਨ, ਚੌਪਟ ਖੇਲਦੇ ਹਨ, ਤਾਸ਼ ਖੇਲਦੇ ਹਨ। ਸੋ ਇਹਨਾਂ ਲੋਕਾਂ ਦੇ ਵਿੱਚ ਹੀ ਗੱਪਬਾਜ਼ ਬਿਰਾਜਮਾਨ ਹੁੰਦਾ ਹੈ ਤੇ ਇਸੇ ਥਾਂ ਤੇ ਲੇਖਕ ਦੀ ਵੀ ਪਹਿਲੀ ਵਾਰ ਮੁਲਾਕਾਤ ਹੋਈ ਸੀ ਅਜਿਹੀ ਗੱਪਬਾਜ਼ ਨਾਲ। ਹੁਣ ਉੱਥੇ ਬੈਠਾ ਇਹ ਗੱਪਬਾਜ਼ ਕੀ ਕਹਾਣੀ ਘੜਦਾ ਹੈ, ਕੀ ਫੜ ਮਾਰਦਾ ਹੈ, ਉਸ ਬਾਰੇ ਜ਼ਿਕਰ ਕਰਦੇ ਹਾਂ ਕਿ ਜਦੋਂ ਉਸ ਮਹਿਫਲ ਦੇ ਵਿੱਚ ਉਹ ਬੈਠਾ ਸੀ ਤਾਂ ਉਸਨੇ ਕਿਹਾ ਕਿ ਪਿਛਲੇ ਸਾਲ ਮੈਂ ਸ਼ਿਮਲੇ ਦੇ ਘਣੇ ਜੰਗਲਾਂ ਦੇ ਵਿੱਚ ਗਿਆ ਸੀ। ਇੱਕ ਪਹਾੜੀ ਦੀ ਚੋਟੀ ਉੱਤੇ ਮੈਂ ਬੈਠਾ ਸੀ ਕਿ ਇੱਕ ਪਾਸਿਓਂ ਮੈਨੂੰ ਜੰਗਲੀ ਜਾਨਵਰ ਦੀ ਗੁਰਾਨ ਦੀ, ਯਾਨੀ ਕਿ ਦਹਾੜਨ ਦੀ ਆਵਾਜ਼ ਆਈ। ਠੀਕ ਹੈ, ਤੇ ਮੈਂ ਆਪਣੀ ਲਾਠੀ ਸੰਭਾਲ ਕੇ ਸੁਚੇਤ ਹੋ ਗਿਆ, ਸਾਵਧਾਨ ਹੋ ਗਿਆ ਕਿ ਦੂਰ ਜਦੋਂ ਮੈਂ ਦੇਖਿਆ ਕਿ ਇੱਕ ਜੰਗਲੀ ਸ਼ੇਰ ਤੇ ਸ਼ੇਰਨੀ ਦਾ ਜੋੜਾ ਆ ਰਿਹਾ ਸੀ। ਉਹ ਆਪੋ ਵਿੱਚ ਪਹਿਲਾ ਪਾਉਂਦੇ ਹੋਏ, ਨੱਚਦੇ ਟੱਪਦੇ ਹੋਏ ਆਪਣੀ ਮਸਤੀ ਦੇ ਵਿੱਚ ਉਹ ਆ ਰਹੇ ਸਨ ਤੇ ਸਰੀਰ ਉਹਨਾਂ ਦੇ ਇੰਨੇ ਮਜ਼ਬੂਤ, ਕੱਦ ਇੰਨਾ ਉੱਚਾ ਕਿ ਦੂਰੋਂ ਉਹ ਹਾਥੀ ਦੇ ਵਾਂਗ ਉੱਚੇ ਲੰਬੇ ਕੱਦ ਦੇ ਨਜ਼ਰ ਆਉਂਦੇ ਸਨ। ਉਹ ਮੇਰੇ ਨੇੜੇ ਆ ਕੇ ਖਲੋ ਗਏ। ਮੈਂ ਬਿਲਕੁਲ ਨਾ ਡਰਿਆ। ਸ਼ੇਰ ਸ਼ੇਰਨੀ ਦਾ ਜੋੜਾ, ਗੱਪਬਾਜ਼ ਦਾ ਕਹਿਣਾ ਸੀ ਕਿ ਸ਼ੇਰ ਸ਼ੇਰਨੀ ਦਾ ਜੋੜਾ, ਠੀਕ ਹੈ, ਮੇਰੇ ਕੋਲ ਆ ਕੇ ਖੜਾ ਹੋ ਗਿਆ, ਪਰ ਮੈਂ ਉਹਨਾਂ ਤੋਂ ਨਹੀਂ ਡਰਿਆ। ਠੀਕ ਹੈ, ਮੈਨੂੰ ਵੇਖਦਿਆਂ ਸਾਰ ਉਹਨਾਂ ਮੇਰੇ ਉੱਤੇ ਇੱਕ ਮਿਲਵਾਂ ਹੱਲਾ ਬੋਲਿਆ। ਠੀਕ ਹੈ, ਆਕਰਮਣ, ਹੱਲਾ ਤੁਸੀਂ ਆਕਰਮਣ ਕਹਿ ਸਕਦੇ ਹੋ, ਹਮਲਾ ਕਹਿ ਸਕਦੇ ਹੋ, ਅਟੈਕ ਕਰਨਾ। ਠੀਕ ਹੈ, ਕਿ ਕੁਝ ਹੀ ਦੇਰ ਬਾਅਦ ਉਹਨਾਂ ਨੇ ਮਿਲਵਾ ਇੱਕ ਸਾਰ ਹੋ ਕੇ ਮੇਰੇ ਉੱਤੇ ਹਮਲਾ ਬੋਲ ਦਿੱਤਾ, ਹੱਲਾ ਬੋਲ ਦਿੱਤਾ। ਮੈਂ ਇੱਕ ਵੱਡੇ ਸਾਰੇ ਦਰਖਤ ਦੇ ਪਿੱਛੇ ਪੋਜੀਸ਼ਨ ਸੰਭਾਲ ਲਈ। ਠੀਕ ਹੈ, ਤੇ 2 ਗਜ ਲੰਬੀ ਡਾਂਗ ਮੇਰੇ ਹੱਥ ਦੇ ਵਿੱਚ ਸੀ। ਜਿਉਂ ਹੀ ਸੂਤ ਕੇ ਮੈਂ ਮਾਰੀ ਤਾਂ ਪਹਿਲੇ ਹੀ ਵਾਰ ਦੇ ਵਿੱਚ ਜੰਗਲੀ ਸ਼ੇਰ ਢੇਰ ਹੋ ਗਿਆ, ਚਿੱਤ ਹੋ ਗਿਆ। ਆਪਣੇ ਪ੍ਰੀਤਮ ਦੀ ਇਹ ਹਾਲਤ ਦੇਖ ਕੇ ਸ਼ੇਰਨੀ ਤੋਂ ਬਰਦਾਸ਼ਤ ਨਹੀਂ ਹੋਇਆ ਤੇ ਸ਼ੇਰਨੀ ਨੇ ਮੇਰੇ ਉੱਤੇ ਹਮਲਾ ਬੋਲਿਆ ਤਾਂ ਦੂਜੇ ਹੀ ਵਾਰ ਦੇ ਵਿੱਚ ਮੈਂ ਸ਼ੇਰਨੀ ਨੂੰ ਵੀ
ਚਿੱਤ ਕਰ ਦਿੱਤਾ। ਗੱਪਬਾਜ਼ ਨੇ ਕੀ ਕਹਾਣੀ ਕਹੀ ਸੀ? ਸ਼ੇਰ ਸ਼ੇਰਨੀ ਦੀ, ਕਿ ਕਿਸ ਤਰ੍ਹਾਂ ਸ਼ੇਰ ਸ਼ੇਰਨੀ ਦੇ ਨਾਲ ਉਹਦਾ ਮੁਕਾਬਲਾ ਹੋਇਆ ਤੇ ਉਹਨੇ ਡਾਂਗ ਦੇ ਨਾਲ ਹੀ ਸ਼ੇਰ ਨੂੰ ਵੀ ਪਹਿਲੀ ਵਾਰ ਚਿੱਤ ਕਰ ਦਿੱਤਾ ਤੇ ਸ਼ੇਰਨੀ ਨੂੰ ਵੀ ਪਹਿਲੀ ਵਾਰ 'ਚ ਚਿੱਤ ਕਰ ਦਿੱਤਾ, ਤੇ ਦੋਨਾਂ ਦੀਆਂ ਲਾਸ਼ਾਂ ਤੜਪਦੀਆਂ ਹੋਈਆਂ ਮੇਰੇ ਸਾਹਮਣੇ ਡਿੱਗੀਆਂ ਪਈਆਂ ਸਨ। ਸੋ ਜਿਸ ਸਮੇਂ ਮਹਿਫਿਲ ਦੇ ਵਿੱਚ ਬੈਠਾ ਗੱਪਬਾਜ਼ ਸ਼ੇਰ ਸ਼ੇਰਨੀ ਦੀ ਇੱਕ ਘਟਨਾ ਸੁਣਾ ਰਿਹਾ ਸੀ, ਆਪਣੀ ਇੱਕ ਬਹਾਦਰੀ ਦੀਆਂ ਡਿੰਗਾਂ ਮਾਰ ਰਿਹਾ ਸੀ, ਉਸ ਮੌਕੇ ਲੇਖਕ ਵੀ ਉਸੇ ਮਹਿਫਿਲ ਦੇ ਵਿੱਚ ਬੈਠਾ ਉਸ ਦੀਆਂ ਗੱਲਾਂ ਸੁਣ ਰਿਹਾ ਸੀ ਤੇ ਉਹ ਵੇਖ ਰਿਹਾ ਸੀ ਕਿ ਕਿਸ ਤਰ੍ਹਾਂ ਉੱਥੇ ਬੈਠੇ ਬਜ਼ੁਰਗ ਜਾਂ ਹੋਰ ਅਨਪੜ੍ਹ ਟਾਈਪ ਦੇ ਲੋਕ ਉਸ ਦੀਆਂ ਗੱਲਾਂ ਸੁਣ ਕੇ ਬੜਾ ਆਨੰਦ ਲੈ ਰਹੇ ਸਨ ਤੇ ਆਸ਼-ਆਸ਼ ਕਰ ਰਹੇ ਸਨ, ਤੇ ਉਹ ਆਪਣੀ ਤਾਰੀਫ ਸੁਣ ਕੇ, ਠੀਕ ਹੈ, ਉਹਦੀਆਂ ਅੱਖਾਂ ਚਮਕ ਰਹੀਆਂ ਸਨ। ਗੱਪਬਾਜ਼ ਦੀਆਂ ਅੱਖਾਂ ਚਮਕ ਰਹੀਆਂ ਸਨ ਕਿ ਮੇਰੀ ਤਾਰੀਫ ਹੋ ਰਹੀ ਹੈ, ਤੇ ਉਸਨੇ ਆਪਣੀ ਕਹਾਣੀ ਨੂੰ ਅੱਗੇ ਸ਼ੁਰੂ ਹੀ ਰੱਖਿਆ। ਠੀਕ ਹੈ, ਉਸਨੇ ਫਿਰ ਅੱਗੇ ਕਹਾਣੀ ਬਤਾਉਂਦਾ ਹੋਇਆ ਉਹ ਕਹਿੰਦਾ ਹੈ ਕਿ ਸ਼ੇਰ ਤੇ ਸ਼ੇਰਨੀ ਦੋਹਾਂ ਨੂੰ ਉੱਥੇ ਹੀ ਛੱਡ ਕੇ ਮੈਂ ਅੱਗੇ ਤੁਰ ਪਿਆ, ਤੇ ਅੱਗੇ ਜਾ ਕੇ ਰਾਹ ਵਿੱਚ ਮੈਂ ਇੱਕ ਹੋਰ ਅਜੀਬ ਜਿਹਾ ਜਾਨਵਰ ਦੇਖਿਆ। ਠੀਕ ਹੈ, ਬਈ ਕੀ ਦੱਸਾਂ ਕਿੰਨਾ ਉੱਚਾ। ਉਸਦਾ ਸਿਰ ਆਸਮਾਨ ਨੂੰ ਛੂੰਹਦਾ ਸੀ ਤੇ ਪੈਰ ਉਸਦੇ ਧਰਤੀ ਉੱਤੇ ਸਨ। ਸਿਰ ਆਸਮਾਨ ਨੂੰ ਛੂੰਹਦਾ ਸੀ ਤੇ ਪੈਰ ਧਰਤੀ, ਯਾਨੀ ਕਿ ਕਿੰਨਾ ਵੱਡਾ ਜਾਨਵਰ ਸੀ। ਮੈਂ ਗੱਪੀ ਦੇ ਪਿੱਛੇ, ਯਾਨੀ ਕਿ ਲੇਖਕ ਕਹਿ ਰਿਹਾ ਕਿ ਮੈਂ ਗੱਪੀ ਦੇ ਪਿੱਛੇ ਬੈਠਾ ਸੀ ਤੇ ਉਸ ਤੋਂ ਚੰਗੀ ਤਰ੍ਹਾਂ ਮੈਂ ਵਾਕਿਫ ਸੀ। ਮੈਨੂੰ ਉਸ ਲੇਖਕ ਨੂੰ ਪਤਾ ਲੱਗ ਗਿਆ ਸੀ ਕਿ ਇਹ ਫੜਾ ਮਾਰ ਰਿਹਾ, ਡਿੰਗਾ ਮਾਰ ਰਿਹਾ। ਠੀਕ ਹੈ, ਸੋ ਮੈਂ ਉਹਦੀ ਪਿੱਠ ਨੂੰ ਥੱਪ ਪਾਉਂਦੇ ਹੋਏ ਆਖਿਆ, ਜਿਸ ਦਾ ਭਾਵ ਇਹ ਸੀ ਕਿ ਇੰਨੀ ਵੱਡੀ ਗੱਪ ਨਾ ਮਾਰ। ਇਸ਼ਾਰੇ ਨਾਲ ਹੀ ਬੰਦਾ ਸਮਝ ਜਾਂਦਾ ਹੈ ਨਾ, ਠੀਕ ਹੈ, ਕਿ ਇੰਨੀ ਵੱਡੀ ਗੱਪ ਨਾ ਮਾਰ। ਸੋ ਉਸਨੇ ਮੇਰਾ ਇਸ਼ਾਰਾ ਸਮਝ ਲਿਆ ਤੇ ਉਸਨੇ ਆਪਣੇ ਬਿਆਨ ਨੂੰ ਬਦਲ ਦਿੱਤਾ। ਪਹਿਲਾਂ ਕੀ ਕਿਹਾ ਸੀ ਕਿ ਏਡਾ ਵੱਡਾ ਜਾਨਵਰ ਕਿ ਜਿਸ ਦਾ ਸਿਰ ਆਸਮਾਨ ਨੂੰ ਛੂੰਹਦਾ ਸੀ ਤੇ ਪੈਰ ਧਰਤੀ ਉੱਤੇ ਸਨ। ਹੁਣ ਇਹ ਬਿਆਨਬਾਜ਼ੀ ਦੇ ਵਿੱਚ ਚੇਂਜ ਹੋ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਹਾਂ, ਸੱਚੀ ਉਸਦੇ ਪੈਰ ਤਾਂ ਧਰਤੀ ਉੱਤੇ ਸਨ, ਪਰ ਸਿਰ ਉਸਦਾ ਅੱਧਾ ਆਸਮਾਨ ਤੱਕ ਪਹੁੰਚਦਾ ਸੀ। ਪਹਿਲਾਂ ਪੂਰਾ ਸੀ, ਹੁਣ ਅੱਧਾ। ਠੀਕ ਹੈ, ਮੈਂ ਫੇਰ ਇਸ਼ਾਰਾ ਕੀਤਾ ਤਾਂ ਉਹ ਬੋਲਿਆ, ਹਾਂ ਬਈ, ਪੈਰ ਤਾਂ ਉਸਦੇ ਧਰਤੀ ਉੱਤੇ ਸਨ, ਪਰ ਸਿਰ ਉਸਦਾ ਚੌਥਾਈ ਆਸਮਾਨ ਤੱਕ ਪਹੁੰਚਦਾ ਸੀ। ਪਹਿਲਾਂ ਪੂਰਾ ਸੀ, ਫਿਰ ਅੱਧੇ ਹਿੱਸੇ 'ਚ ਆ ਗਿਆ, ਹੁਣ ਚੌਥੇ ਹਿੱਸੇ 'ਚ ਆ ਗਿਆ। ਠੀਕ ਹੈ, ਜਦੋਂ ਮੈਂ ਫੇਰ ਉਹਦਾ ਪੈਰ ਹਲਕਾ ਜਿਹਾ ਪੈਰ ਦਬਾਇਆ, ਯਾਨੀ ਕਿ ਇਸ਼ਾਰਾ ਕੀਤਾ, ਤਾਂ ਉਸਨੇ ਮੇਰੇ ਵੱਲ ਮੂੰਹ ਕਰਕੇ ਆਖਿਆ, ਓਏ ਰਮਤਿਆ, ਹੁਣ ਦੱਸ ਇਸ ਤੋਂ ਘੱਟ ਮੈਂ ਹੋਰ ਉਹਦਾ ਕੱਦ ਕੀ ਛੋਟਾ ਕਰਾਂ। ਹੱਸਣ ਵਾਲੀ ਗੱਲ ਹੈ ਨਾ, ਕਿ ਇਸ ਤੋਂ ਹੋਰ ਛੋਟਾ ਮੈਂ ਕੀ ਕੱਦ ਕਰਾਂ। ਠੀਕ ਹੈ, ਤਾਂ ਇਹ ਸੁਣ ਕੇ ਸਾਨੂੰ ਪਤਾ ਲੱਗਦਾ ਹੈ ਕਿ ਉਹ ਕਿੰਨੀ ਵੱਡੀ ਡਿੰਗ ਮਾਰ ਰਿਹਾ ਸੀਗਾ। ਸੋ ਲੇਖਕ ਉਸ ਦੀਆਂ ਇਹ ਜੋ ਡਿੰਗਾਂ ਮਾਰ ਰਿਹਾ ਸੀ, ਕਹਾਣੀਆਂ ਘੜ ਰਿਹਾ ਸੀ, ਠੀਕ ਹੈ, ਇਸ ਨੂੰ ਸੁਣਦਾ ਹੋਇਆ ਕੁਝ ਦੇਰ ਬਾਅਦ ਉਹ ਸਿਰ ਨੀਵਾਂ ਕਰਕੇ ਉੱਥੋਂ ਚਲਾ ਜਾਂਦਾ ਹੈ। ਤੇ ਲੇਖਕ ਨੂੰ ਕੁਝ ਦੇਰ ਬਾਅਦ ਪਤਾ ਚੱਲਦਾ ਹੈ ਕਿ ਉੱਥੇ ਹੀ ਬੋਰਡ ਥੱਲੇ ਬੈਠੇ ਕਿਸੇ ਵਿਅਕਤੀ ਨੂੰ ਇੱਕ ਸੱਪ ਦਾ ਬੱਚਾ ਨਜ਼ਰ ਆਇਆ। ਉਸਨੇ ਸ਼ੋਰ ਮਚਾ ਦਿੱਤਾ, ਸੱਪ ਸੱਪ ਸੱਪ। ਠੀਕ ਹੈ, ਤੇ ਉੱਥੋਂ ਦੇ ਲੋਕਾਂ ਨੇ ਇਕੱਠੇ ਹੋ ਕੇ ਉਸ ਸੱਪ ਨੂੰ ਮਾਰ ਦਿੱਤਾ। ਪਰ ਗੱਪਬਾਜ਼ ਦਾ ਲਹੂ ਸੁੱਕ ਗਿਆ ਸੀ, ਤੇ ਜਦੋਂ ਉੱਥੇ ਬੈਠੇ ਲੋਕਾਂ ਨੇ ਵੇਖਿਆ, ਠੀਕ ਹੈ, ਤੇ ਉਹ ਗੱਪਬਾਜ਼ ਉੱਥੋਂ ਗਾਇਬ ਸੀ, ਦੌੜ ਗਿਆ। ਯਾਨੀ ਕਿ ਸ਼ੇਰਾਂ ਦਾ ਸ਼ਿਕਾਰੀ, ਸ਼ੇਰਾਂ ਦਾ ਸ਼ਿਕਾਰ ਕਰਨ ਵਾਲਾ ਹੁਣ ਗਾਇਬ ਸੀ। ਸੋ ਇਸ ਤਰ੍ਹਾਂ ਦੇ ਜੋ ਸ਼੍ਰੇਣੀ ਦੇ ਲੋਕ ਹੁੰਦੇ ਹਨ, ਇਸ ਤਰ੍ਹਾਂ ਦੇ ਜੋ ਕਰੈਕਟਰ ਹੁੰਦੇ ਹਨ, ਇਹ ਆਮ ਸਾਡੇ ਆਲੇ ਦੁਆਲੇ ਮਿਲ ਜਾਂਦੇ ਹਨ। ਤੇ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਜੋ ਵਡੇਰਾ ਸੀ ਉਹ ਭੌਂਦੂ ਮਲ ਸੀ। ਭੌਂਦੂ ਵੀ ਬੜਾ ਗੱਪੀ ਸੀ। ਠੀਕ ਹੈ, ਉਸਦੇ 2 ਪੁੱਤਰ ਸਨ। ਮੈਂ ਤੁਹਾਨੂੰ ਇਹ ਗੱਪਬਾਜ਼ ਦੇ ਪਿਛੋਕੜ ਸੁਣਾ ਰਿਹਾ। ਠੀਕ ਹੈ, ਇਹ ਸਮਝ ਲਓ ਇੱਕ ਤਰ੍ਹਾਂ ਦੀ ਕਾਲਪਨਿਕ ਕਹਾਣੀ ਹੈ। ਠੀਕ ਹੈ, ਇਹਦਾ ਪਿਛੋਕੜ ਸੁਣਾ ਰਿਹਾ ਕਿ ਕੋਈ ਭੌਂਦੂ ਮਲ ਨਾਂ ਦਾ ਵਿਅਕਤੀ ਸੀ। ਉਸਦੇ 2 ਪੁੱਤਰ ਹੋਏ, ਇੱਕ ਦਾ ਨਾਂ ਸੀ ਨਿਹਾਲਾ ਤੇ ਦੂਜੇ ਦਾ ਨਾਂ ਸੀ ਗੋਪਾਲਾ। ਠੀਕ ਹੈ, ਇਹ ਦੋਵੇਂ ਵੀ ਕੰਨ ਕੁਤਰਨ ਦੇ ਵਿੱਚ ਮਾਹਿਰ ਸਨ, ਯਾਨੀ ਕਿ ਗੱਪਾਂ ਮਾਰਨ ਦੇ ਵਿੱਚ, ਫੜਾ ਮਾਰਨ ਦੇ ਵਿੱਚ, ਡਿੰਗਾ ਮਾਰਨ ਦੇ ਵਿੱਚ ਪੂਰੇ ਮਾਹਿਰ ਸਨ। ਇੱਕ ਵਾਰੀ ਭਾਰੀ ਮਹਿਫਿਲ ਲੱਗੀ ਹੋਈ ਸੀਗੀ ਤੇ ਇਹ ਦੋਵੇਂ ਗੱਪਬਾਜ਼ ਉੱਥੇ ਬੈਠੇ ਸਨ, ਨਿਹਾਲਾ ਤੇ ਗੋਪਾਲਾ। ਠੀਕ ਹੈ, ਨਿਹਾਲਾ ਕਹਿ ਰਿਹਾ ਸੀ ਕਿ ਸਾਡੇ ਬਾਪੂ ਕੋਲ ਕਈ ਹਜ਼ਾਰ ਮੱਝਾਂ ਨੇ। ਕਿਹਨੇ ਕਿਹਾ? ਇਹ ਨਿਹਾਲੇ ਨੇ ਕਿ ਸਾਡੇ ਬਾਪੂ ਕੋਲੇ ਬਹੁਤ ਸਾਰੀਆਂ, ਕਈ ਹਜ਼ਾਰਾਂ ਮੱਝਾਂ ਸਨ, ਜਿਹਨੂੰ ਕਿ ਸਵੇਰ ਤੋਂ ਸ਼ਾਮ ਤੱਕ ਵੱਡੇ ਸਾਰੇ ਤਲਾਬ ਦੇ ਵਿੱਚ ਚੋਂਦੇ ਸਨ। ਕਿ ਇੱਕ ਵੱਡੇ ਸਾਰੇ ਤਲਾਬ ਦੇ ਵਿੱਚ ਉਹਨਾਂ ਹਜ਼ਾਰਾਂ ਮੱਝਾਂ ਦਾ ਦੁੱਧ ਕੱਢਿਆ ਜਾਂਦਾ ਤੇ ਉਹ ਤਲਾਬ ਭਰ ਜਾਂਦਾ ਸੀ ਦੁੱਧ ਦੇ ਨਾਲ। ਠੀਕ ਹੈ, ਲੋਕੀ ਬਾਲਟੀਆਂ ਭਰ ਭਰ ਕੇ, ਠੀਕ ਹੈ, ਸਾਰਾ ਦਿਨ ਦੁੱਧ ਲੈ ਕੇ ਜਾਂਦੇ।
ठीक है, ਤੇ ਆਪਣੇ ਘਰੇ ਲੈ ਜਾਂਦੇ ਤੇ ਫਿਰ ਤਲਾਬ ਭਰਿਆ ਹੀ ਰਹਿੰਦਾ। ਉਸ ਦੇ ਬਾਵਜੂਦ ਵੀ ਉਹ ਤਲਾਬ ਭਰਿਆ ਹੀ ਰਹਿੰਦਾ, ਖਤਮ ਹੀ ਨਹੀਂ ਹੁੰਦਾ ਸੀ। ਠੀਕ ਹੈ, ਸਾਡੇ ਬਾਪੂ ਨੇ ਇੱਕ ਵੱਡੀ ਸਾਰੀ ਖੁਰਲੀ ਬਣਾਈ ਹੋਈ ਸੀ। ਉਹ ਦਿੱਲੀ ਤੋਂ ਲੈ ਕੇ ਅਮਰੀਕਾ ਦੇ ਵਾਸ਼ਿੰਗਟਨ ਤੱਕ ਸੀ। ਸਾਡੇ ਬਾਪੂ ਨੇ ਇੱਕ ਖੁਰਲੀ ਬਣਾਈ ਸੀ, ਉਹ ਦਿੱਲੀ ਤੋਂ ਲੈ ਕੇ ਅਮਰੀਕਾ ਤੱਕ ਵੱਡੀ ਸੀ, ਜਿਸ ਵਿੱਚ ਸਾਡੇ ਪਸ਼ੂ ਚਰਦੇ ਸਨ। ਠੀਕ ਹੈ, ਉਸ ਨੇ ਅੱਗੇ ਮੱਝਾਂ ਬੰਨੀਆਂ ਹੋਈਆਂ ਸਨ। ਠੀਕ ਹੈ, ਤੇ ਉਹ ਸਾਰਾ ਦਿਨ ਉਸ ਖੁਰਲੀ ਦੇ ਵਿੱਚ ਚਾਰਾ ਖਾਂਦੀਆਂ ਸਨ। ਕਲੀਅਰ, ਇੰਨੀ ਗੱਲ ਕਲੀਅਰ ਹੋ ਗਈ। ਠੀਕ ਹੈ, ਤੇ ਇੰਨੇ ਨੂੰ ਗੋਪਾਲਾ ਬੋਲਿਆ ਕਿ ਓਏ ਬੱਸ ਕਰ ਗੱਪੀਆ, ਬੱਸ ਕਰ। ਠੀਕ ਹੈ, ਤੇਰੇ ਬਾਪੂ ਦਾ ਸਾਡੇ ਬਾਪੂ ਨਾਲ ਕੀ ਟਾਕਰਾ। ਠੀਕ ਹੈ, ਸਾਡੇ ਬਾਪੂ ਕੋਲ ਧਰਤੀ ਤੋਂ ਆਕਾਸ਼ ਤੱਕ ਇੱਕ ਲੰਮਾ ਨੇਜਾ ਹੁੰਦਾ ਸੀ। ਠੀਕ ਹੈ, ਨੇਜਾ ਤੁਸੀਂ ਇੱਕ ਭਾਲੇ ਟਾਈਪ ਕਹਿ ਸਕਦੇ ਹੋ, ਜਿਸ ਨਾਲ ਆਪਾਂ ਤੂੜੀ ਨੂੰ ਚੱਕਦੇ ਹਾਂ। ਠੀਕ ਹੈ, ਜਾਂ ਪੱਠਿਆਂ ਨੂੰ ਚੱਕੀਦਾ। ਠੀਕ ਹੈ, ਯਾਨੀ ਕਿ ਧਰਤੀ ਤੋਂ ਆਸਮਾਨ ਤੱਕ ਨੇਜਾ ਹੁੰਦਾ ਸੀ। ਇਹ ਗੱਲ ਕਹੀ ਸੀ ਗੋਪਾਲੇ ਨੇ। ਨਿਹਾਲੇ ਨੇ ਕੀ ਕਿਹਾ ਸੀ, ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕਿ ਮੇਰੇ ਬਾਪੂ ਕੋਲ ਕਈ ਹਜ਼ਾਰਾਂ ਮੱਝਾਂ ਸਨ, ਜਿਹਨੂੰ ਕਿ ਤਲਾਬ ਦੇ ਵਿੱਚ ਚੋਇਆ ਜਾਂਦਾ ਸੀ। ਤਲਾਬ ਦੁੱਧ ਦਾ ਭਰਿਆ ਰਹਿੰਦਾ ਸੀ। ਦਿੱਲੀ ਤੋਂ ਅਮਰੀਕਾ ਤੱਕ ਇੱਕ ਖੁਰਲੀ ਸੀ, ਜਿਸ ਵਿੱਚ ਉਹਨਾਂ ਦੀਆਂ ਮੱਝਾਂ ਚਰਦੀਆਂ ਸਨ। ਤੇ ਉਸੇ ਨੂੰ ਟੋਕਦਾ ਹੋਇਆ ਗੋਪਾਲਾ ਕਹਿੰਦਾ, ਬੱਸ ਕਰ ਓਏ ਗੱਪੀਆ, ਤੇਰੇ ਬਾਪੂ ਦਾ ਸਾਡੇ ਬਾਪੂ ਨਾਲ ਕੀ ਮੁਕਾਬਲਾ। ਸਾਡੇ ਬਾਪੂ ਕੋਲ ਆਸਮਾਨ ਤੋਂ ਧਰਤੀ ਤੱਕ ਇੱਕ ਲੰਮਾ ਨੇਜਾ ਹੁੰਦਾ ਸੀ। ਠੀਕ ਹੈ, ਜਦੋਂ ਕਦੇ ਬਾਰਿਸ਼ ਨਹੀਂ ਹੁੰਦੀ ਤਾਂ ਉਹ ਯਾਨੀ ਕਿ ਸਾਡਾ ਬਾਪੂ ਨੇਜਾ ਮਾਰ ਕੇ ਬੱਦਲਾਂ ਦੇ ਵਿੱਚ, ਆਸਮਾਨ ਦੇ ਵਿੱਚ ਮੋੜੀਆਂ ਕਰ ਦਿੰਦਾ ਤੇ ਬਾਰਿਸ਼ ਹੋਣ ਲੱਗਦੀ। ਠੀਕ ਹੈ, ਤੇ ਇਹ ਕਹਿ ਲਓ ਕਿ ਬਸ ਵਿੱਚੇ ਨਿਹਾਲਾ ਥੋੜਾ ਜਿਹਾ ਬੁਰਾ ਮੰਨਦਾ ਤੇ ਉਸ ਨੂੰ ਟੋਕ ਦਿੰਦਾ, ਬੱਸ ਕਰ ਓਏ ਜੱਬਲਾ, ਜੇ ਐਡਾ ਹੀ ਵੱਡਾ ਤੇਰੇ ਪਿਓ ਕੋਲੇ ਨੇਜਾ ਸੀ ਤਾਂ ਉਹ ਰੱਖਦਾ ਕਿੱਥੇ ਸੀ। ਧਿਆਨ ਨਾਲ ਸੁਣਿਓ, ਨਿਹਾਲਾ ਉਹਦੀ ਗੱਲ ਨੂੰ ਟੋਕਦਾ ਹੋਇਆ ਕਹਿੰਦਾ ਹੈ ਕਿ ਜੇ ਤੇਰੇ ਬਾਪੂ ਕੋਲ ਐਡਾ ਵੱਡਾ ਨੇਜਾ ਸੀ ਤਾਂ ਉਹ ਰੱਖਦਾ ਕਿੱਥੇ ਸੀ। ਤਾਂ ਗੋਪਾਲਾ ਉਹਦੀ ਗੱਲ ਦਾ ਜਵਾਬ ਕੀ ਦਿੰਦਾ ਹੈ ਕਿ ਤੇਰੇ ਪਿਓ ਦੀ ਖੁਰਲੀ ਵਿੱਚ, ਤੇਰੇ ਪਿਓ ਦੀ ਖੁਰਲੀ ਵਿੱਚ ਉਹ ਨੇਜਾ ਰੱਖਦਾ ਸੀ। ਓਕੇ, ਕਲੀਅਰ ਹੋਇਆ। ਨਿਹਾਲਾ ਤੇ ਗੋਪਾਲਾ ਕਹਾਣੀ ਨੂੰ ਅੱਗੇ ਤੋਰਦੇ ਹੋਏ ਇੱਕ ਹੋਰ ਗੱਲ ਦੱਸਦੇ ਹਨ। ਉਹ ਗੱਲ ਕੀ ਸੀ ਕਿ ਅੱਜ ਤੋਂ 200 ਸਾਲ ਪਹਿਲਾਂ ਲਾਲ ਕਿਲ੍ਹਾ, ਜੋ ਦਿੱਲੀ ਦੇ ਵਿੱਚ ਲਾਲ ਕਿਲ੍ਹਾ ਹੈ, ਇਹ ਕਿਸੇ ਵੇਲੇ ਗੋਲ ਕੰਡੇ ਦੀਆਂ ਪਹਾੜੀਆਂ ਉੱਤੇ ਖੜਾ ਸੀ। ਹੁਣ ਉਹ ਗੋਲ ਕੰਡੇ ਦੀ ਪਹਾੜੀਆਂ ਤੋਂ ਦਿੱਲੀ ਕਿਵੇਂ ਆਇਆ। ਠੀਕ ਹੈ, ਕਹਿਣ ਦਾ ਭਾਵ ਕਿ ਉਹ ਦੱਸਦੇ ਹਨ ਕਿ ਉਸਦੇ ਪਿਤਾ ਜੀ 4 ਭਰਾ ਸਨ। ਠੀਕ ਹੈ, ਭੋਂਦੂ ਤੇ ਉਹਦੇ ਚਾਚੇ ਸੀ ਲੱਛੂ ਰਾਮ, ਮਿਰਜ਼ਾ ਤੇ ਦੀਨਾ। ਠੀਕ ਹੈ, ਤੇ ਕਿਲੇ ਦੀਆਂ 4 ਨੁੱਕਰਾਂ, ਕਿਲੇ ਦੀਆਂ 4 ਨੁੱਕਰਾਂ ਉਹਨਾਂ ਨੇ ਰੱਸਿਆਂ ਦੇ ਨਾਲ ਬੰਨ੍ਹ ਕੇ, ਹਾਥੀਆਂ ਨਾਲ ਬੰਨ੍ਹ ਰੱਖਿਆ ਸੀ। ਤੇ ਗੱਪਬਾਜ਼ ਦੇ ਪਿਓ ਤੇ ਚਾਚਿਆਂ ਨੇ ਹਾਥੀਆਂ ਉੱਤੇ ਚਾਰਾਂ ਪਾਸਿਆਂ ਤੋਂ ਹਮਲਾ ਕਰ ਦਿੱਤਾ। ਹੁਣ ਉਹ ਹਮਲੇ ਦੇ ਨਾਲ ਹਾਥੀ ਅੱਗੇ ਤੁਰਦੇ ਗਏ ਤੇ ਹਾਥੀ ਅੱਗੇ ਤੁਰਦੇ ਗਏ ਤਾਂ ਕਿਲੇ ਨੂੰ ਵੀ ਖਿੱਚਦੇ ਰਹੇ। ਠੀਕ ਹੈ, ਇਸ ਤਰ੍ਹਾਂ ਕਿਲੇ ਨੂੰ ਖਿੱਚਦੇ 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 ਠੀਕ ਹੈ, ਦਿੱਲੀ ਯਮੁਨਾ ਦੇ ਕਿਨਾਰੇ ਟਿਕਾ ਦਿੱਤਾ। ਇਸ ਤਰ੍ਹਾਂ ਉਹ ਕਿਲਾ ਦਿੱਲੀ ਦੇ ਯਮੁਨਾ ਕਿਨਾਰੇ ਸਥਿਤ ਹੋ ਗਿਆ ਸੀ। ਠੀਕ ਹੈ ਜੀ, ਕਿਹਾ ਜਾਂਦਾ ਹੈ ਕਿ ਅੱਜ ਦੇ ਜੋ ਗੱਪੀ ਹਨ, ਭੋਂਦੂ ਦੀ ਹੀ ਔਲਾਦ ਹਨ। ਜਿਸ ਦੇ ਭੋਂਦੂ ਦਾ ਅਸੀਂ ਜ਼ਿਕਰ ਕੀਤਾ ਸੀ, ਜੋ ਅੱਜ ਦੇ ਗੱਪੀ ਹਨ, ਜੋ ਅੱਜ ਸਾਡੇ ਵਿੱਚ ਵਿਚਰਦੇ ਰਹਿੰਦੇ ਹਨ, ਇਹ ਭੋਂਦੂ ਦੇ ਹੀ ਪਰਿਵਾਰ ਦੇ ਵਿੱਚੋਂ ਹਨ, ਉਹਦੀ ਹੀ ਔਲਾਦ ਮੰਨੇ ਜਾਂਦੇ ਹਨ। ਇਹਨਾਂ ਲੋਕਾਂ ਵਿੱਚ ਭਾਰੀ ਇਤਫਾਕ ਇਹ ਹੈ ਕਿ ਵਕਤ ਕੋ ਵਕਤ ਆਪਣੀ ਭਾਈ ਬੰਦਾਂ ਦੀ ਬੜੀ ਮਦਦ ਕਰਦੇ ਹਨ। ਵਿਆਹ ਸ਼ਾਦੀਆਂ ਦੇ ਵਿੱਚ, ਮਰਨੇ ਪਰਨਿਆਂ 'ਤੇ ਇਹਨਾਂ ਦਾ ਮੇਲ ਹੁੰਦਾ ਰਹਿੰਦਾ ਹੈ। ਠੀਕ ਹੈ, ਇਹ ਸਾਡੇ ਸਮਾਜ ਦੇ ਵਿੱਚ ਵਿਚਰਦੇ ਰਹਿੰਦੇ ਹਨ ਤੇ ਫੜਾ ਮਾਰਦਾ, ਡਿੰਗਾ ਮਾਰਨੀਆਂ ਇਹਨਾਂ ਦਾ ਸੁਭਾਅ ਹੁੰਦਾ, ਇਹਨਾਂ ਦੀ ਫਿਤਰਤ ਹੁੰਦੀ ਹੈ। ਫਿਰ ਕੋਈ ਪੁਰਾਣਾ ਮੁੱਢ ਗੱਪੀ ਇਹ ਕਹੇਗਾ ਕਿ ਸਾਡੇ ਵਕਤਾਂ ਦੀ ਨਾ ਪੁੱਛੋ ਪਾਤਸ਼ਾਹੋ, ਉਹ ਵੀ ਕੋਈ ਵੇਲੇ ਸਨ। ਸਾਡੇ ਚਾਚੇ ਤੇ ਮਾਮੇ ਦੇ ਸਾਲੇ ਦੀ ਸ਼ਾਦੀ ਸੀ। ਉਸ ਬਰਾਤ ਵਿੱਚ ਸ਼ਾਮਲ ਹੋਣ ਲਈ ਮਹਾਰਾਜਾ ਸਾਹਿਬ, ਉਸ ਵਕਤ ਦੇ ਮਹਾਰਾਜ ਸਾਹਿਬ ਆਪ ਹਾਥੀਆਂ ਤੇ ਚੜ੍ਹ ਕੇ ਕਈ ਹਜ਼ਾਰ ਘੋੜਿਆਂ ਦੇ ਨਾਲ, ਠੀਕ ਹੈ, ਸ਼ਾਨੋ ਸ਼ੌਕਤ ਬਰਾਤ ਦੇ ਨਾਲ ਖੁਦ ਉਸ ਬਰਾਤ ਦੇ ਵਿੱਚ, ਉਸ ਸ਼ਾਦੀ ਦੇ ਵਿੱਚ ਸ਼ਾਮਲ ਹੋਏ ਸਨ। ਐਡੀਆਂ ਐਡੀਆਂ ਫੜਾ ਮਾਰਨਾ, ਇੰਨੀਆਂ ਇੰਨੀਆਂ ਡਿੰਗਾ ਮਾਰਨਾ ਇਹਨਾਂ ਗੱਪ ਬੱਚਾਂ ਦਾ ਕੰਮ ਹੁੰਦਾ ਹੈ। ਜਿਸ ਤਰ੍ਹਾਂ ਗੱਪਬਾਜ਼ ਡਿੰਗਾ ਮਾਰਦਾ ਹੈ, ਉਸਦੀ ਜੋ ਧਰਮ ਪਤਨੀ ਹੁੰਦੀ ਹੈ ਘੱਟ ਉਹਦੀ ਨਹੀਂ ਹੁੰਦੀ। ਸੋ ਉਧਰ ਗੱਪੀ ਮਹਾਰਾਜ ਦੀ ਧਰਮ ਪਤਨੀ ਆਪਣਾ ਹੀ ਭਾਸ਼ਣ ਅਲਾਪ ਰਹੀ ਸੀ। ਠੀਕ ਹੈ, ਉਹ ਕਹਿ ਰਹੀ ਸੀ ਕਿ ਸਾਡਾ ਵਿਆਹ ਵੀ ਕੋਈ ਵਿਆਹ ਸੀ। ਮੇਰੇ ਮਾਪਿਆਂ ਨੇ 500 ਤੋਲਾ ਸੋਨਾ ਦਿੱਤਾ, 10 ਮੱਝਾਂ ਦਾਜ ਦੇ ਵਿੱਚ ਦਿੱਤੀਆਂ, ਦੁੱਧ ਦੀਆਂ ਤਾਂ ਸਾਡੇ ਘਰ ਭੈਣ ਨਦੀਆਂ ਵਹਿੰਦੀਆਂ।
ਜਿਵੇਂ ਕੋਈ ਨਾ ਕੋਈ ਆ ਕੇ ਬਹਿ ਜਾਂਦਾ ਨਾ, ਉਹਨੂੰ ਉਸ ਸਮੇਂ ਗੱਲਾਂ ਕਰ ਰਹੀ ਸੀ ਉਹ, ਠੀਕ ਹੈ, ਕਿ ਭੈਣ ਸਾਡੇ ਘਰ ਤਾਂ ਦੁੱਧ ਦੀਆਂ ਨਦੀਆਂ ਵਹਿੰਦੀਆਂ ਸਨ, ਲੋਕ ਆ ਕੇ ਲੱਸੀ ਲੈ ਜਾਂਦੇ, ਦੁੱਧ ਲੈ ਜਾਂਦੇ ਭਰ ਕੇ ਬਾਲਟੀਆਂ, ਸਾਡਾ ਪਿੰਡ ਸਾਰਾ ਮੁਫਤ ਦੁੱਧ ਮੁਫਤ ਲੱਸੀ, ਠੀਕ ਹੈ, ਸਭ ਕੁਝ ਮੁਫਤ ਮਿਲਦਾ ਸੀਗਾ, ਅਨਾਜ ਦੇ ਤਾਂ ਸਾਡੇ ਘਰੇ, ਠੀਕ ਹੈ, ਕੋਠੇ ਭਰੇ ਰਹਿੰਦੇ ਸਨ। ਬਸ ਜੋ ਸੁੱਖ ਮੈਂ ਪਾਇਆ ਆਪਣੇ ਬਾਬਲ ਦੇ, ਜਾਣੀ ਕਿ ਪੇਕੇ ਘਰ ਪਾਇਆ, ਸਹੁਰੇ ਘਰ ਤਾਂ ਮੈਨੂੰ ਕੋਈ ਸੁੱਖ ਨਹੀਂ ਮਿਲਿਆ, ਠੀਕ ਹੈ। ਜਦ ਦੀ ਮੈਂ ਇੱਥੇ ਆਈਆਂ ਬਸ ਭੁੱਖੇ ਨੰਗਿਆਂ ਦੇ ਪੱਲੇ ਬੰਨੀ ਗਈ, ਨਾ ਚੱਜ ਦਾ ਖਾਣਾ, ਨਾ ਚੱਜ ਦਾ ਪੀਣਾ, ਨਾ ਮਰਨਾ ਨਾ ਜੀਣਾ। ਕੀ ਦੱਸਾਂ ਭੈਣ, ਘਰ ਦੇ ਕੰਮ ਕਰਦਿਆਂ ਤੇ ਝਾੜੂ ਬੋਕਰ ਦਿੰਦਿਆਂ ਬਸ ਸਾਰਾ ਦਿਨ ਮਰ ਜਾਈਦਾ, ਸਾਰਾ ਦਿਨ ਹੀ ਟੱਪ ਜਾਈਦਾ। ਪੇਕੇ ਘਰ ਤਾਂ ਨੌਕਰ ਰਾਣੀਆਂ ਕੰਮ ਨੂੰ ਹੱਥ ਨਹੀਂ ਸੀ ਲਾਉਣ ਦਿੰਦੀਆਂ। ਜਦੋਂ ਮੈਂ ਆਪ ਪੇਕੇ ਘਰ ਸੀ ਉੱਥੇ ਤਾਂ ਨੌਕਰ ਰਾਣੀਆਂ ਅੱਗੇ ਪਿੱਛੇ ਘੁੰਮਦੀਆਂ ਸੀ, ਉਹ ਕੰਮ ਨੂੰ ਹੱਥ ਨਹੀਂ ਲਾਉਣ ਦਿੰਦੀਆਂ ਸਨ। ਫਿਰ ਇੱਥੇ ਆ ਕੇ ਉਹ ਜੀਣਾ ਬੇਹਾਲ ਹੋ ਗਿਆ, ਠੀਕ ਹੈ ਜੀ। ਅੱਗੇ ਹੈ ਸੋ ਸ਼੍ਰੀਮਤੀ ਦਾ ਭਾਸ਼ਣ ਹਲੇ ਜਾਰੀ ਹੁੰਦਾ ਹੈ ਕਿ ਪਾਸ ਬੈਠੀ ਉਸਦੀ ਗਵਾਂਢਣ ਜੋ ਜਿਸਦਾ ਨਾਮ ਬਸੰਤੀ ਹੁੰਦਾ ਹੈ, ਉਹ ਬੋਲਦੀ ਹੈ, ਯਾਨੀ ਕਿ ਬਸੰਤੀ ਨੂੰ ਕਹਿੰਦੀ ਹੈ, ਸੱਚ ਕਹਿੰਦੀ ਹੈ ਵਿਚਾਰੀ, ਠੀਕ ਹੈ, ਪਿਓ ਦੇ ਘਰ ਇਸ ਨੂੰ ਖਾਣ ਨੂੰ ਨਹੀਂ ਸੀ ਮਿਲਦਾ, ਠੀਕ ਹੈ, ਇਹ ਟੱਬਰ ਗਵਾਂਢੀਆਂ ਤੋਂ ਲੱਸੀ ਮੰਗ ਕੇ ਗੁਜ਼ਾਰਾ ਕਰਦਾ ਸੀ, ਠੀਕ ਹੈ, ਪਰ ਸਹੁਰਿਆਂ ਦੇ ਘਰ ਵੜਦਿਆਂ ਹੀ ਬਾਬਲ ਦੇ ਵਿਹੜੇ ਬੰਨੀਆਂ ਮੱਝਾਂ ਇਹਨੂੰ ਯਾਦ ਆ ਗਈਆਂ। ਅੱਲਾ ਬਚਾਵੇ ਐਸੀ ਕੌਮ ਤੋਂ ਤਾਂ, ਠੀਕ ਹੈ ਜੀ। ਸੋ ਕਹਿਣ ਦਾ ਭਾਵ ਇਹ ਹੈ ਕਿ ਪਿਆਰਾ ਸਿੰਘ ਦਾਤਾ ਜੀ ਨੇ ਗੱਪਬਾਜ਼ ਲੇਖ ਵਿੱਚ ਸਮਾਜ ਦੇ ਵਿੱਚ ਮੌਜੂਦ ਗੱਪਬਾਜ਼ਾਂ ਦੇ ਚਰਿੱਤਰ ਨੂੰ ਉਭਾਰਿਆ ਹੈ। ਗੱਪਬਾਜ਼ ਹਰ ਜਗ੍ਹਾ ਤੇ ਮੌਜੂਦ ਹੁੰਦੇ ਹਨ, ਸਾਡੇ ਪਿੰਡ ਗਲੀ ਮੁਹੱਲੇ ਆਸ-ਪਾਸ ਸਾਨੂੰ ਉਹ ਮਿਲਦੇ ਰਹਿੰਦੇ ਹਨ, ਠੀਕ ਹੈ, ਅਸੀਂ ਉਹਨਾਂ ਦੇ ਦਾਇਰੇ ਦੇ ਵਿੱਚ ਹੀ ਹੁੰਦੇ ਹਾਂ, ਠੀਕ ਹੈ, ਤੇ ਇਹੋ ਜਿਹਾ ਕੋਈ ਵਿਅਕਤੀ ਨਹੀਂ ਜੋ ਗੱਪਬਾਜ਼ ਨੂੰ ਕਦੇ ਨਾ ਮਿਲਿਆ ਹੋਵੇ। ਗੱਪਬਾਜ਼ ਦੀ ਇੱਕ ਖਾਸੀਅਤ ਹੁੰਦੀ ਹੈ ਕਿ ਉਹ ਵੱਡੀਆਂ ਡੂੰਘਾਂ ਮਾਰਦਾ ਹੈ, ਵੱਡੀਆਂ ਫੜਾਂ ਮਾਰਦਾ ਹੈ, ਪਰ ਅਸਲ ਦੇ ਵਿੱਚ ਸੱਚਾਈ ਉਸ ਤੋਂ ਕੋਹਾਂ ਦੂਰ ਹੁੰਦੀ ਹੈ। ਸਰੋਤੇ ਅਜਿਹੇ ਵਿਅਕਤੀਆਂ ਦੀਆਂ ਗੱਲਾਂ ਸੁਣ ਕੇ ਆਪਣਾ ਮਨ ਪਰਚਾਉਂਦੇ ਹਨ ਤੇ ਗੱਪਬਾਜ਼ ਵਰਗੇ ਕਰੈਕਟਰ ਵੀ ਲੋਕਾਂ ਦਾ ਮਨ ਪਰਚਾਉਣ ਲਈ, ਠੀਕ ਹੈ, ਆਸੇ-ਪਾਸੇ ਸਾਡੇ ਮੌਜੂਦ ਰਹਿੰਦੇ ਹਨ। ਚਾਹੇ ਗੱਪਬਾਜ਼ ਦੀਆਂ ਗੱਲਾਂ ਦਾ ਕੋਈ ਵਜੂਦ ਨਹੀਂ ਹੁੰਦਾ, ਪਰੰਤੂ ਫਿਰ ਵੀ ਉਸ ਦੀਆਂ ਗੱਲਾਂ ਸਰੋਤਿਆਂ ਦਾ ਦਿਲ ਪਰਚਾਈ ਰੱਖਦੀਆਂ ਹਨ। ਕਲੀਅਰ? ਉਮੀਦ ਕਰਦਾ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ।